नमस्कार सारिਆਂ ਨੂੰ। ਅਸੀਂ इंटैग्रेशन ਦੇ बारे देखांगे समझांगे। इंटैग्रेशन इंग्लिश का जो शब्द आप सोचीए तो इंटैग्रेट इकट्ठा करना, एकत्र करना। असी कहने कि बई इंग्लिश में तुसी कई बार इस शब्द नूं लैके ऐसे या कोई पैराग्राफ वगैरह भी लिख दो, जिमें इंटैग्रेशन ऑफ इंडिया, मतलब कि इकट्ठा करना, इकट्ठा की गल जिहड़ी आ इंटैग्रेशन दे नाल कीती जांदी आ। सो ये वाली चीज़ नूं समझण लई असीं एक ग्राफ की सहायता लैंदे आ। सो लैट अस हैव ए फंक्शन y इज इक्वल टू एफ एक्स whose ग्राफ इज समथिंग लाइक दिस, मतलब कि y इक्वल टू एफ एक्स कोई होऊगा, ਉਹਦਾ ਜਿਹੜਾ ग्राफ आ वो कुछ इस तरह का बनया होएगा, हो सकता बनया होऊगा। ਅਸੀਂ ਕੀ करना चाहते हैं, ਅਸੀਂ असल ਵਿੱਚ ए पॉइंट ਤੇ ਆਹ वाला B पॉइंट ਜਿਹੜਾ ਹੈਗਾ ਇਹਦੇ ਵਿਚਕਾਰ ਆ ਜਿਹੜਾ ਸਾਰਾ ਰੀਜਨ ਆ ਗ੍ਰਾਫ ਦੇ ਥੱਲੇ ਆ y ਇਕੁਅਲ ਟੂ ਐਫ ਐਕਸ ਦਾ ਗ੍ਰਾਫ ਸੀਗਾ। ਅਸੀਂ ਇਹਦੇ ਇੱਕ ਇਹ ਵਾਲੇ ਪੁਆਇੰਟ ਤੋਂ ਇੱਕ ਸਿਰੇ ਤੋਂ ਜਿੱਥੇ ਕਿ x ਦੀ ਵੈਲਿਊ ਸ਼ਾਇਦ x ਬਰਾਬਰ a ਹੋਣੀ ਆ ਤੇ x ਬਰਾਬਰ b ਹੋਊਗੀ, ਅਸੀਂ x ਬਰਾਬਰ a ਤੇ x ਬਰਾਬਰ b ਦੇ ਵਿੱਚ ਜਿਹੜੀ ਇਹਦੀ ਵੈਲਿਊ ਜੇ ਆਪਾਂ ਲੱਭੀਏ ਤਾਂ ਆਹ ਵਾਲੀ ਵੈਲਿਊ ਐਫ ਏ, ਤਾਂ ਆਹ ਵਾਲੀ ਜਿਹੜੀ ਹਾਈਟ ਆ ਉਹ ਐਫ ਬੀ ਹੋਊਗੀ। ਸੋ ਇੱਥੋਂ ਲੈ ਕੇ ਇੱਥੋਂ ਤੱਕ ਜਿਹੜੀ ਆਹ ਵੈਲਿਊ ਆ ਦੈਟ ਵਿਲ ਬੀ ਐਫ ਬੀ, ਜੇ ਆਹ ਵਾਲੀ ਵੈਲਿਊ ਜਿਹੜੀ ਆ ਉਹ ਕਿੰਨੀ ਆ ਐਫ ਏ। मतलब कि असी इस तरह ए बी एक्स एक्सिस के उपर जोड़ा पॉइंट आ तो ग्राफ जो असी प्लॉट करते हैं वह एरिया लभना चाहते हैं, सारा जोड़ा एरिया आ। सो दिस एरिया वी वांट टू फाइंड दिस एरिया दिस। सो एरिया लभन लई क्योंकि ग्राफ स्ट्रेट लाइन नहीं है, कर्व आ, ਅਸੀਂ ਇਹਨੂੰ ਸਿੱਧੇ ਤਰੀਕੇ ਨਾਲ ਨਹੀਂ ਲੱਭ ਸਕਦੇ। ਅਸੀਂ ਫਿਰ ਕੀ ਕਰਦੇ ਹਾਂ, ਅਸੀਂ ਕਹਿੰਦੇ ਕਿ ਇਦਾਂ ਕਰੋ ਇੱਥੇ ਕੁਝ ਸਟ੍ਰਿਪਸ ਬਣਾ ਲੈਂਦੇ ਹਾਂ ਆਪਾਂ। ਜਿੱਦਾਂ ਮੰਨ ਲਓ ਮੈਂ ਇਹਦੇ ਇੱਥੇ ਸਟ੍ਰੇਟ ਲਾਈਨਸ ਬਣਾ ਲੈਣਾ ਬਰਾਬਰ ਦੀਆਂ, ਮੰਨ ਲਓ ਕਿ ਇਸ ਤਰ੍ਹਾਂ ਲਾਈਕ ਦਿਸ। ਹੁਣ ਆਪਾਂ ਕਹਿੰਦੇ ਹਾਂ ਕਿ ਆਹ ਵਾਲੇ ਪੁਆਇੰਟ ਤੋਂ ਇੱਥੇ ਤੱਕ ਇੱਕ ਸਟ੍ਰੇਟ ਲਾਈਨ ਡ੍ਰੌਪ ਕਰੋ। ਹੁਣ ਨਾਓ ਯੂ ਕੈਨ ਸੀ ਕਿ ਆਹ ਜਿਹੜੀ ਚੀਜ਼ ਬਣੀ ਆ ਇੱਕ ਰੈਕਟੈਂਗਲ ਬਣ ਗਈ ਆਹ ਵਾਲੀ ਇੰਨੀ। ਸੋ ਨਾਓ ਦਿਸ ਇਜ਼ ਅ ਰੈਕਟੈਂਗਲ। ਸੋ ਜਿਹਦੇ ਵਿੱਚ ਇੰਨਾ ਏਰੀਆ ਜਿਹੜਾ ਹੈਗਾ ਆਹ ਵਾਲੀ ਜਿਹੜੀ ਜਗ੍ਹਾ ਆ, ਆਹ ਵਾਲੀ ਜਿਹੜੀ ਜਗ੍ਹਾ ਰੈੱਡ ਵਾਲੀ ਮਾਰਕ ਕੀਤੀ ਹੋਈ ਜਗ੍ਹਾ ਜਿਹੜੀ ਆ, ਸੋ ਦਿਸ ਵੀ ਆਰ ਨੋਟ ਕੰਸੀਡਰਿੰਗ, ਇਹ ਵਾਲਾ ਏਰੀਆ ਅਸੀਂ ਛੱਡ ਦਿੰਦੇ ਹਾਂ। ਤਾਂ ਅਸੀਂ ਅਪਰੋਕਸੀਮੇਟਲੀ ਜਿਹੜਾ ਏਰੀਆ ਵਾ ਇਹ ਵੀ ਕੈਨ ਸੇ ਬੀ, ਇਹਨੂੰ ਅਸੀਂ ਸੀ ਕਹਿ ਲੈਂਦੇ ਹਾਂ ਅਤੇ ਇਹਨੂੰ ਅਸੀਂ ਡੀ ਕਹਿ ਲੈਂਦੇ ਹਾਂ। ਤਾਂ ਏ ਡੀ ਐਂਡ ਲੈਟ ਮੀ ਕਾਲ ਇਟ ਏ ਡੈਸ਼ ਐਂਡ ਡੀ ਡੈਸ਼ ਐਂਡ ਲੈਟ ਮੀ ਕਾਲ ਇਟ ਏ ਡੀ ਡਬਲ ਡੈਸ਼, ਮਤਲਬ ਆਹ ਵਾਲਾ ਪੁਆਇੰਟ ਜਿੱਥੇ ਇਹਨਾਂ ਨੂੰ ਕੱਟ ਕੀਤਾ। ਸੋ ਜਿਹੜਾ ਰੈਕਟੈਂਗਲ ਦਾ ਏਰੀਆ ਸੀਗਾ ਏ ਡੈਸ਼ ਡੀ, ਸੋ ਏ ਡੈਸ਼ ਏ ਡੈਸ਼ ਡੀ ਡੀ ਡਬਲ ਡੈਸ਼, ਸੋ ਇਹ ਇੱਕ ਰੈਕਟੈਂਗਲ ਬਣ ਗਈ। ਸੋ ਇਹਦਾ ਏਰੀਆ ਜੇ ਆ ਐਕਸ ਦੀ ਵੈਲਿਊ ਏ ਹੈਗੀ ਆ, ਮੈਂ ਸਾਰੇ ਜਿਹੜੇ ਆਹ ਵਾਲੀਆਂ ਜਿਹੜੀਆਂ ਆਹ ਵਾਲੇ ਏਰੀਆਜ਼ ਹੈਗੇ ਆ, ਆਹ ਵਾਲਾ ਇੱਥੋਂ ਲੈ ਕੇ ਇੱਥੋਂ ਤੱਕ ਆਹ ਵਾਲਾ ਏਰੀਆ ਜੇ ਇਹਨਾਂ ਦੀ ਜਿਹੜੀ ਚੌੜਾਈ ਆ ਉਹ ਬਰਾਬਰ ਰੱਖੀ ਹੋਵੇ, ਮੰਨ ਲਓ ਕਿ ਮੈਂ ਇਹਨਾਂ ਨੂੰ ਐਚ ਕਹਿ ਦਿੰਦਾ। ਸੋ ਦਿਸ ਇਜ਼ ਐਚ, ਦਿਸ ਇਜ਼ ਐਚ, ਦਿਸ ਇਜ਼ ਐਚ, ਦਿਸ ਇਜ਼ ਐਚ। ਸੋ ਇਹਦਾ ਵੱਲੋਂ ਇਹ ਇੱਕ ਰੈਕਟੈਂਗਲ ਆ ਜਿਹਦਾ ਹਾਈਟ ਜਿਹੜੀ ਆ ਉਹ ਐਫ ਏ ਅਤੇ ਜਿਹੜਾ ਬੇਸ ਆ ਉਹ ਐਚ ਹੈਗਾ। ਸੋ ਇਹਦਾ ਮਤਲਬ ਇਹਦਾ ਏਰੀਆ ਬਣ ਗਿਆ ਐਫ ਏ ਮਲਟੀਪਲਾਈਡ ਬਾਏ ਐਚ, ਕਿਉਂਕਿ ਐਫ ਏ ਕੀ ਆ, ਐਫ ਏ ਡੀ ਲੰਬਾਈ ਗੁਣਾ ਚੌੜਾਈ। ਸੋ ਏ ਡੈਸ਼, ਸੋ ਮਤਲਬ ਇਹ ਆਪਾਂ ਕੀ ਲਿਖਦੇ ਪਏ ਆ ਏ ਡੈਸ਼ ਮਲਟੀਪਲਾਈਡ ਬਾਏ, ਸੋ ਏ ਡੈਸ਼ ਮਲਟੀਪਲਾਈਡ ਬਾਏ ਡੀ ਏ। ਸੋ ਇਹ ਇਹਦਾ ਏਰੀਆ ਆਏਗਾ ਇਹ ਵਾਲੀ ਸਟ੍ਰਿਪ ਦਾ, ਜਿਹਦੇ ਵਿੱਚ ਆਹ ਵਾਲਾ ਜਿਹੜਾ ਰੈੱਡ ਪੋਰਸ਼ਨ ਆ ਇਹ ਅਸੀਂ ਮਿਸ ਕੀਤਾ ਹੋਇਆ ਆ। ਸੋ ਇਹ ਥੋੜ੍ਹਾ ਜਿਹਾ ਏਰੀਆ ਸਾਨੂੰ ਛੱਡਣਾ ਪਊਗਾ। ਸੋ ਇੱਦਾਂ ਹੀ ਆਪਾਂ ਅੱਗੇ ਕੀ ਕਰਦੇ ਹਾਂ, ਆਪਾਂ ਇੱਥੋਂ ਅਗਲੀ ਸਟ੍ਰਿਪ ਲੈ ਲੈਂਦੇ ਹਾਂ। ਸੋ ਅਗਲੀ ਸਟ੍ਰਿਪ ਦੇ ਵਿੱਚ ਵੀ ਅਸੀਂ ਆਹ ਵਾਲਾ ਜਿਹੜਾ ਰੈੱਡ ਪੋਰਸ਼ਨ ਆ ਇਹਨੂੰ ਛੱਡ ਦਿੰਦੇ ਹਾਂ, ਦਿਸ ਰੈੱਡ ਪੋਰਸ਼ਨ ਵੀ ਲੀਵ। ਅਤੇ ਹੁਣ ਫਿਰ ਇਹ ਆਪਣੇ ਕੋਲ ਡੀ ਡੈਸ਼, now I will say this is D triple dash 1 2 3 ਤੇ ਇਹਦਾ ਨਾਮ ਰੱਖ ਦੇਣਾ A ਡਬਲ ਡੈਸ਼, ਆਹ ਵਾਲਾ ਪੁਆਇੰਟ ਜਿਹੜਾ। ਸੋ A ਡਬਲ ਡੈਸ਼ A ਡੈਸ਼ D ਡੈਸ਼ ਉੱਪਰ ਵਾਲਾ ਪੁਆਇੰਟ ਆ, D ਡਬਲ ਡੈਸ਼ ਥੱਲੇ ਵਾਲਾ ਪੁਆਇੰਟ ਆ, D ਡੈਸ਼ ਉੱਪਰ ਵਾਲਾ ਪੁਆਇੰਟ ਆ। ਸੋ D ਡਬਲ ਡੈਸ਼ ਸੇਤ ਇੱਥੇ ਬਣਦੀ ਹੈ ਇਹਦੀ। ਸੋ ਦੇਅਰਫੋਰ ਹੁਣ ਜਿਹੜਾ ਬਣ ਗਿਆ ਆਪਣੇ ਕੋਲ A ਡੈਸ਼ D ਡੈਸ਼ D ਟ੍ਰਿਪਲ ਡੈਸ਼ ਅਤੇ A ਡਬਲ ਡੈਸ਼। ਸੋ ਇਹ ਵਾਲਾ ਜਿਹੜਾ ਏਰੀਆ ਆ ਇਹ ਹੁਣ
ए वाले जगह ते इत्थे x की जो वैल्यू a सी a पॉइंट ते तो इत्थे इहदी वैल्यू x जमा h होगी क्योंकि इन्ना डिस्टेंस h आ। ਇਹਦਾ ਮਤਲਬ ਆ ਵਾਲੇ ਪੁਆਇੰਟ ਤੇ ਇੱਥੇ ਤੱਕ x ਸੀਗਾ ਦਿਸ ਇਜ਼ a ਸੋ a ਪਲੱਸ h ਇਹਦਾ ਮਤਲਬ a ਡੈਸ਼ ਜਿਹੜਾ a ਪਲੱਸ h ਹੋ ਗਿਆ। ਇਹਦਾ ਮਤਲਬ ਅਸੀਂ a ਪਲੱਸ h ਜਿਹੜੀ ਆ ਵੈਲਿਊ ਵਿੱਚ ਭਰਾਂਗੇ ਤਾਂ f a ਪਲੱਸ h ਆਊਗਾ ਆਪਣੇ ਕੋਲ f a ਪਲੱਸ h ਇਨਟੂ h। ਸੋ ਇਸ ਤਰ੍ਹਾਂ ਇਹ ਅਸੀਂ ਇਹਦਾ ਏਰੀਆ ਵੀ ਲੱਭ ਲਾਂਗੇ। ਇੱਦਾਂ ਹੀ ਅਸੀਂ ਥਰਡ ਸਟਿਪ ਦਾ ਲੱਭ ਲਾਂਗੇ, ਇੱਦਾਂ ਹੀ ਫੋਰਥ ਦਾ ਲੱਭ ਲਾਂਗੇ ਕਰਕੇ। ਸੋ ਅਸੀਂ ਇੰਨੀ ਡਿਟੇਲ 'ਚ ਜਾਣਾ ਨਹੀਂ, ਸਿਰਫ ਗੱਲ ਨੂੰ ਸਮਝਣਾ ਹੈ ਕਿ ਹੁੰਦਾ ਕੀ ਪਿਆ ਹੈਗਾ। ਸੋ ਇਹ ਸਾਰੀ ਗੱਲਬਾਤ ਦੇ ਵਿੱਚ ਐਫ ਏ ਪਲੱਸ ਐਚ ਇੰਟੂ ਐਚ, ਐਫ ਏ ਪਲੱਸ ਐਚ ਕਿਉਂ? ਕਿਉਂਕਿ ਆਪਾਂ ਇੱਥੋਂ ਲੈ ਕੇ ਇੱਥੇ ਤੱਕ ਪਹੁੰਚਣਾ ਵਾ। ਇੱਥੇ ਤੱਕ ਏਰੀਆ ਜਿਹੜੀ ਵੈਲਿਊ ਐਕਸ ਦੀ ਉਹ ਏ ਹੈਗੀ ਆ, ਅਤੇ ਇੱਥੇ ਤੱਕ ਕਿੰਨੀ ਹੋ ਜੂਗੀ ਐਕਸ ਪਲੱਸ ਐਚ। ਸੋ ਇਹਦਾ ਮਤਲਬ ਅਸੀਂ ਐਫ ਦੀ ਵੈਲਿਊ ਜਿਹੜੀ ਐਕਸ ਪਲੱਸ ਐਚ 'ਤੇ ਲੱਭਾਂਗੇ, ਉਹ ਏ ਡੈਸ਼ ਡੀ ਡੈਸ਼ ਹਾਈਟ ਆਊਗੀ ਅਤੇ ਐਚ ਦੇ ਨਾਲ ਮਲਟੀਪਲਾਈ ਕਰਕੇ ਐਫ ਏ ਪਲੱਸ ਐਚ ਇੰਟੂ ਐਚ ਆਪਾਂ ਕਰਕੇ ਉਹਦਾ ਏਰੀਆ ਲੱਭ ਲਾਂਗੇ। ਇੱਦਾਂ ਆਹ ਵਾਲੀ ਸਟ੍ਰਿਪ ਦਾ ਲੱਭ ਲਾਂਗੇ, ਇੱਦਾਂ ਆਹ ਵਾਲੀ ਸਟ੍ਰਿਪ ਦਾ ਏਰੀਆ ਲੱਭ ਲਾਂਗੇ। ਮਤਲਬ ਅਸੀਂ 4 ਏਰੀਆ ਲੱਭ ਲਾਂਗੇ। ਸੋ ਐਫ ਏ ਇੰਟੂ ਐਚ ਪਲੱਸ ਐਫ ਏ ਪਲੱਸ ਐਚ ਇੰਟੂ ਐਚ ਪਲੱਸ ਸੋ ਹੁਣ ਜੋ ਵੀ ਆ ਬਾਕੀ ਸਟ੍ਰਿਪਸ ਦਾ ਆਨਸਰ ਆਊਗਾ। ਇਹਦੇ ਵਿੱਚ ਐਚ ਕਾਮਨ ਆ ਜਾਊਗਾ, ਐਚ ਕਾਮਨ ਆ ਜਾਊਗਾ। ਸੋ ਵਿਲ ਹੈਵ ਐਫ ਏ ਪਲੱਸ ਐਫ ਏ ਪਲੱਸ ਐਚ प्लस एफ ए प्लस 2h एंड सो ਹੁਣ ਜੋ ਵੀ ਆ ਮੈਂ ਇੱਥੇ 4 ਸਟਿਪਸ ਆ, 4 ਦੇ ਹਿਸਾਬ ਨਾਲ ਆਨਸਰ ਆ ਜਾਊਗਾ, 5 ਹੁੰਦੀਆਂ 6 ਹੁੰਦੀਆਂ ਉਹਦੇ ਹਿਸਾਬ ਨਾਲ ਇੱਥੇ ਆ ਚੀਜ਼ ਐਡ ਹੋ ਜਾਣੀ ਸੀ। ਇਹਦਾ ਮਤਲਬ ਅਸੀਂ ਆਹ ਵਾਲੀਆਂ ਜਿਹੜੀਆਂ ਲਾਈਨਸ ਆ ਇਹਨਾਂ ਲਾਈਨਸ ਦੀ ਜਿਹੜੀ ਹਾਈਟ ਆ, ਆਹ ਵਾਲੀ ਹਾਈਟ ਆ, ਆਹ ਵਾਲੀ ਹਾਈਟ ਆ, ਉਹ ਵਾਲੀ ਆਹ ਵਾਲੀ ਹਾਈਟ ਲਈ ਆਪਾਂ ਆਹ ਵਾਲੀ ਹਾਈਟ ਲਈ, ਆਹ ਵਾਲੀ ਹਾਈਟ ਲਈ ਤੇ ਆ 4 ਹਾਈਟਸ ਕਿਉਂਕਿ ਇਹਦੇ 'ਚ 4 ਆ। ਸੋ ਓਬਵੀਅਸਲੀ ਇੱਥੇ ਫਿਰ ਆਪਣੇ ਕੋਲ ਐਫ ਏ ਪਲੱਸ 3h ਆ ਜਾਊਗਾ। ਸੋ ਇਸ ਤਰ੍ਹਾਂ ਆਪਣੇ ਕੋਲ 1 2 3 4 ਵੈਲਿਊਜ਼ ਜਿਹੜੀਆਂ ਹੈਗੀਆਂ ਅਤੇ ਆਹ ਐਚ ਸਾਰਿਆਂ ਦੇ ਵਿੱਚ ਸੇਮ ਸੀਗਾ। ਸੋ ਐਚ ਉਹ ਕਾਮਨ ਲੈ ਕੇ ਤਾਂ ਮਲਟੀਪਲਾਈ ਹੋ ਕੇ ਏਰੀਆ ਆਏਗਾ। ਬਟ ਇਹ ਵਾਲਾ ਏਰੀਆ ਜਿਹੜਾ ਨਾ ਇਹਦੇ ਵਿੱਚ ਆਹ ਵਾਲਾ ਜਿਹੜਾ ਰੈੱਡ ਪੋਰਸ਼ਨ ਮੈਂ ਕਵਰ ਕਰਦਾ ਪਿਆ, ਸ਼ੇਡਡ ਕਰਦਾ ਪਿਆ, ਜਿਹਨੂੰ ਮੈਂ ਰੰਗ ਭਰਦਾ, ਇਹ ਵਾਲਾ ਏਰੀਆ ਵਿੱਚ ਮਿਸ ਕਰਦੇ ਪਏ ਆਪਾਂ। ਇਹ ਵਾਲਾ ਏਰੀਆ ਮਿਸ ਹੋ ਰਿਹਾ, ਮਤਲਬ ਜਿਹੜਾ ਏਰੀਆ ਅਸੀਂ ਕੈਲਕੂਲੇਟ ਕੀਤਾ ਰੈਕਟੈਂਗਲਸ ਬਣਾ ਕੇ, ਉਹ ਕੁਛ ਹੱਦ ਤੱਕ ਆਪਾਂ ਤਾਂ ਲਗਭਗ ਆਨਸਰ ਲੈ ਲਿਆ, ਬਟ ਰੈੱਡ ਪੋਰਸ਼ਨ ਅਸੀਂ ਮਿਸ ਕਰਤਾ। ਸੋ ਦਿਸ ਰੈੱਡ ਪੋਰਸ਼ਨ ਵੀ ਆਰ ਮਿਸਿੰਗ। ਸੋ ਇਹ ਜਿਹੜਾ ਰੈੱਡ ਪੋਰਸ਼ਨ ਅਸੀਂ ਮਿਸ ਕਰਦੇ ਪਏ ਹਾਂ, ਸੋ ਇਹ ਰੈੱਡ ਪੋਰਸ਼ਨ ਦੇ ਮਿਸ ਹੋਣ ਕਰਕੇ ਸਾਡੇ ਕੋਲ ਜਿਹੜਾ ਆਨਸਰ ਆਏਗਾ ਦਿਸ ਏਰੀਆ ਦੈਟ ਵਿਲ ਬੀ ਨੋਟ ਐਨ ਐਕੂਰੇਟ ਏਰੀਆ, ਠੀਕ ਜਵਾਬ ਨਹੀਂ ਆਊਗਾ। ਇਹ ਵਾਲਾ ਜਿਹੜਾ ਆਪਾਂ ਏਰੀਆ ਕੈਲਕੂਲੇਟ ਕੀਤਾ ਇਹ ਸਹੀ ਆਨਸਰ ਨਹੀਂ ਆਊਗਾ, ਇਹਦੇ ਵਿੱਚ ਐਰਰ ਹੋਊਗਾ। ਇੰਨੇ ਏਰੀਆ ਇਹਦੇ 'ਚੋਂ ਘੱਟ ਹੋਣਗੇ ਜਿਹੜੇ ਆ ਰੈੱਡ ਪੋਰਸ਼ਨ ਵਾਲੇ ਆ। ਹੁਣ ਅਸੀਂ ਇਹੀ ਵਾਲੇ ਗ੍ਰਾਫ ਨੂੰ ਕੀ ਕਰਦੇ ਹਾਂ ਦੁਬਾਰਾ, ਸੁਣਾਓ ਵਟ ਵੀ ਡੂ। ਸੋ ਅਸੀਂ ਇਹੀ ਵਾਲੇ ਗ੍ਰਾਫ ਨੂੰ ਦੁਬਾਰਾ ਫਿਰ ਬਣਾਉਂਦੇ ਹਾਂ। ਲੈਟ ਅਸ ਡਰਾਅ ਦਾ ਗ੍ਰਾਫ ਅਗੇਨ, ਦ ਸੇਮ ਗ੍ਰਾਫ ਓਬਵੀਅਸਲੀ, ਕਿਉਂਕਿ ਮੈਂ ਹੱਥ ਨਾਲ ਬਣਾ ਰਿਹਾ, ਮੈਂ ਐਗਜ਼ੈਕਟਲੀ ਸੇਮ ਤਾਂ ਨਹੀਂ ਬਣਾ ਪਾਊਂਗਾ, ਬਟ ਤੁਸੀਂ ਸੋਚ ਲਓ ਕਿ ਮੈਂ ਉਹੀ ਗ੍ਰਾਫ ਬਣਾਇਆ। ਹੁਣ ਇਹ ਵਾਲੇ ਗ੍ਰਾਫ ਦੇ ਵਿੱਚ ਫਿਰ ਮੈਂ ਐਕਸ ਬਰਾਬਰ ਏ ਤੋਂ ਲੈ ਕੇ ਤਾਂ ਐਕਸ ਬਰਾਬਰ ਬੀ ਤੱਕ ਹੀ ਏਰੀਆ ਲੱਭਣ ਦੀ ਕੋਸ਼ਿਸ਼ ਕਰਨੀ ਆ। ਪਰ ਹੁਣ ਮੈਂ ਕੀ ਕਰਨਾ ਵਾ, ਹੁਣ ਮੈਂ ਇਹਦੀਆਂ ਜਿਹੜੀਆਂ ਸਟ੍ਰਿਪਸ ਆ, ਜਿੱਦਾਂ ਇਹਦੇ 'ਚ ਆਪਾਂ ਪੱਟੀਆਂ ਬਣਾਈਆਂ ਚੌੜੀਆਂ ਚੌੜੀਆਂ, ਇਹ ਬਹੁਤ ਹੀ ਬਰੀਕ ਬਣਾਉਣ ਲੱਗਾ, ਵੈਰੀ ਕਲੋਜ਼ ਟੂ ਈਚ ਅਦਰ। ਸੋ ਯੂ ਕੈਨ ਸੀ ਵੈਰੀ ਕਲੋਜ਼। ਸੋ ਮਤਲਬ ਮੈਂ ਵਿਚਕਾਰ ਜੇ ਇੱਕ ਪੱਟੀ ਬਣਾਉਣਾ ਜਿਹੜੀ ਕਿ ਬਹੁਤ ਹੀ ਨੇੜੇ ਨੇੜੇ ਆ। ਸੋ ਯੂ ਕੈਨ ਸੀ ਕਿ ਬਹੁਤ ਨੇੜੇ ਮੈਂ ਬਣਾ ਰਿਹਾ। ਸੋ ਦਿਸ, ਸੋ ਈਵਨ ਇਹਦੇ ਵਿੱਚ ਤੁਹਾਨੂੰ ਵਾਈਟ ਦਿਖ ਵੀ ਰਿਹਾ ਵਾ ਵੀ ਹਾਂ ਥੋੜ੍ਹੀ ਜਿਹੀ ਇਹਦੀ ਚੌੜਾਈ ਹੈਗੀ ਆ। ਅਸਲ ਵਿੱਚ ਅਸੀਂ ਇਹ ਤੋਂ ਵੀ ਘੱਟ ਚੌੜੀ ਬਣਾ ਰਹੇ ਹਾਂ। ਇਹ ਵਾਲੀ ਪੱਟੀ ਜਿਹੜੀ ਆ ਅਸੀਂ ਇਹਦੇ ਤੋਂ ਵੀ ਛੋਟੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਹਦੇ ਵਿਚਕਾਰ ਇੱਥੇ ਆ ਦੇਖੋ ਇੱਕ ਹੋਰ ਲਕੀਰ ਜੇ ਵਾਹ ਸਕਦੇ ਪੈਨ ਦੇ ਨਾਲ, ਤਾਂ ਅਸੀਂ ਵਾਹ ਲਾਂਗੇ। ਸੋ ਲਾਈਕ ਦਿਸ। ਸੋ ਆਹ ਦੇਖੋ ਹੁਣ ਤੁਸੀਂ, ਮੈਂ ਇੱਕੋ ਹੀ ਥਾਂ 'ਤੇ 3-4 ਪੱਟੀਆਂ ਤੁਹਾਨੂੰ ਦਿਖਾ ਰਿਹਾ ਕਿ ਇਹਦੇ ਵਿੱਚ ਆਪਾਂ ਇੰਨੀਆਂ ਬਰੀਕ ਬਰੀਕ ਜਿਹੜੀਆਂ ਪੱਟੀਆਂ ਆ ਉਹ ਲੈ ਰਹੇ ਹੈਗੇ ਆ। ਸੋ ਜਿਹੜੀਆਂ ਸਟਿਪਸ ਹੈਗੀਆਂ ਚੌੜੀਆਂ ਚੌੜੀਆਂ ਪੱਟੀਆਂ ਜਿਹੜੀਆਂ ਆ ਉਹ ਬਹੁਤ ਹੀ ਬਰੀਕ ਬਰੀਕ ਨਾਲ ਹੀ ਚੁੰਬੜੀਆਂ ਜਿਹੀਆਂ ਅਸੀਂ ਲੈ ਰਹੇ ਹਾਂ। ਉਹਦੇ ਨਾਲ ਕੀ ਹੋਊਗਾ ਕਿ ਜਿਹੜਾ ਆਪਣਾ ਆਹ ਵਾਲਾ ਜਿਹੜਾ ਡਿਸਟੈਂਸ ਆਪਾਂ ਲੈ ਰਹੇ ਸੀ, ਆਹ ਵਾਲਾ ਰੈੱਡ ਪੋਰਸ਼ਨ ਜਿਹੜਾ ਆਪਾਂ ਕਹਿ ਰਹੇ ਸੀ ਇੱਥੇ ਇਹਦੇ ਵਿੱਚ ਆ ਰੈੱਡ ਪੋਰਸ਼ਨ, ਉਹ ਤੁਸੀਂ ਦੇਖ ਸਕਦੇ ਹੋ ਕਿ ਜੇ ਪੱਟੀ ਇੰਨੀ ਚੌੜੀ ਜਿੱਦਾਂ ਹੁਣ ਅਸੀਂ ਲਈਏ ਤਾਂ ਇਹ ਵਾਲੀ ਚੌੜੀ ਪੱਟੀ 'ਚ ਇੰਨਾ ਕੁ ਰੈੱਡ ਪੋਰਸ਼ਨ ਮਿਸ ਹੋਏਗਾ। ਇੱਦਾਂ ਮੰਨ ਲਓ ਅਸੀਂ ਨੈਕਸਟ ਲੈ ਕੇ ਦੇਖੀਏ, ਸੇ ਵੀ ਟੇਕ ਦਿਸ ਮਚ, ਤਾਂ ਇਹਦੇ ਵਿੱਚ ਜਿਹੜਾ ਰੈੱਡ ਪੋਰਸ਼ਨ ਆ ਉਹ ਇੰਨਾ ਕੁ ਰੈੱਡ ਪੋਰਸ਼ਨ ਮਿਸ ਹੋ ਰਿਹਾ।
ਇਹਦਾ ਮਤਲਬ ਹੈ ਕਿ ਜਿੱਦਾਂ ਜਿੱਦਾਂ ਅਸੀਂ ਇਹਨਾਂ ਨੂੰ ਹੋਰ ਛੋਟਾ ਛੋਟਾ ਨੇੜੇ ਨੇੜੇ ਬਣਾਈ ਜਾਂਦੇ ਹਾਂ, ਵੈਰੀ ਕਲੋਜ਼ ਟੂ ਈਚ ਅਦਰ, ਤਾਂ ਆਹ ਵਾਲਾ ਜਿਹੜਾ ਰੈੱਡ ਪੋਰਸ਼ਨ ਆ ਬਿਲਕੁਲ ਡਾਟਸ ਹੀ ਰਹਿ ਜਾਣਗੇ, ਲਗਭਗ ਨਹੀਂ ਦੇ ਬਰਾਬਰ ਹੋ ਜਾਊਗਾ। ਇਹਦਾ ਮਤਲਬ ਇਫ ਵੀ ਡਿਵਾਈਡ ਦਿਸ x ਇਕੁਅਲ ਟੂ a ਟੂ x ਇਕੁਅਲ ਟੂ b ਇਨ ਇਨਫਾਈਨਾਈਟਲੀ ਮੈਨੀ ਪਾਰਟਸ, ਇੱਥੇ ਬਹੁਤ ਹੀ ਬਰੀਕ ਬਰੀਕ ਕਰਕੇ ਇਹਨਾਂ ਨੂੰ ਬਹੁਤ ਹੀ ਨਾਲ ਚੁੰਬੜੀਆਂ ਹੋਈਆਂ ਪੱਟੀਆਂ ਦੇ ਵਿੱਚ ਵੰਡ ਦਈਏ, ਮਤਲਬ ਕਿ ਜਿਹੜੇ ਪਾਰਟੀਸ਼ਨਸ ਆ ਇਹਦੇ ਹਿੱਸੇ ਆ, ਜਿਹੜੀਆਂ ਆਹ 4 ਪੱਟੀਆਂ ਬਣਾਈਆਂ ਸੀ, ਅਸੀਂ ਇੱਥੇ ਲੱਖ ਪੱਟੀਆਂ ਬਣਾ ਲਈਏ ਇੱਦਾਂ ਦੀਆਂ। ਸੋ ਇੱਦਾਂ ਕਰਕੇ ਅਸੀਂ ਇਹਦੇ ਵਿੱਚ ਇੱਦਾਂ ਕਰਕੇ ਲੱਖਾਂ ਹੀ ਪੱਟੀਆਂ ਬਣਾ ਲਈਏ, ਤਾਂ ਉਹਦੇ ਨਾਲ ਜਿਹੜੀਆਂ ਇੰਨੀਆਂ ਨੇੜੇ ਹੋ ਜਾਣਗੀਆਂ ਇਹ ਪੱਟੀਆਂ, ਤਾਂ ਕਿ ਜਿਹੜਾ ਉੱਪਰ ਜਿਹੜਾ ਰੈੱਡ ਪੋਰਸ਼ਨ ਆਪਾਂ ਛੱਡਦੇ ਪਏ ਸੀ ਉਹਦੀ ਜਿਹੜੀ ਗੁੰਜਾਇਸ਼ ਆ ਬਹੁਤ ਹੀ ਘੱਟ ਜਾਏਗੀ। ਤਾਂ ਉਹਦੇ ਨਾਲ ਇਹ ਸਾਰਾ ਏਰੀਆ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਠੀਕ ਆਨਸਰ ਜਿਹੜਾ ਸਾਡੇ ਕੋਲ ਆ ਜਾਊਗਾ। ਸੋ ਬੇਸਿਕਲੀ ਜਿਹੜਾ ਕਨਸੈਪਟ ਆ ਉਹ ਕੀ ਬਣਿਆ, ਸਾਰੀ ਗੱਲ ਨੂੰ ਜੇ ਆਪਾਂ ਨਹੀਂ ਸਮਝ ਲੱਗਦੀ ਵੀ ਇਹ ਕਿੱਦਾਂ ਹੋਇਆ, ਕਿ FA+H ਕੀ ਆ ਗਿਆ, ਕਿੱਥੋਂ ਆ ਗਿਆ, ਸੋ ਅਸੀਂ ਉਸ ਚੱਕਰ 'ਚ ਪੈਣਾ ਵੀ ਨਹੀਂ ਹੈਗਾ। ਅਸੀਂ ਸਿਰਫ ਕਨਸੈਪਟ ਸਮਝਣਾ ਕਿ ਅਸੀਂ ਅਸਲ ਵਿੱਚ ਇਹਦੇ ਵਿੱਚ ਰੈਕਟੈਂਗਲਸ ਹੈਗੀਆਂ, ਰੈਕਟੈਂਗਲ ਦੇ ਏਰੀਆ ਨੂੰ ਐਡ ਕਰਕੇ ਅਸੀਂ ਏਰੀਆ ਲੱਭਣਾ। ਪਰ ਉਹਦੇ 'ਚ ਪ੍ਰੋਬਲਮ ਇਹ ਆਉਂਦੀ ਸੀ ਕਿ ਜਿਹੜੇ ਆ ਰੈੱਡ ਪੋਰਸ਼ਨ ਸੀ ਉਹ ਸਾਡਾ ਏਰੀਆ ਨੂੰ ਖਰਾਬ ਕਰਦੇ ਸੀ, ਉਹ ਸਹੀ ਜਵਾਬ ਨਹੀਂ ਸੀ ਦਿੰਦੇ। ਵੀ ਜੇ ਆਨਸਰ 100 ਆਉਣਾ ਹੁੰਦਾ ਸੀ ਤਾਂ ਸਾਡਾ ਜਵਾਬ 90 ਆਉਂਦਾ ਸੀ। ਅਸੀਂ ਵੀ ਕਿਹਾ ਵੀ ਚਲੋ 4 ਦੀ ਬਜਾਏ ਤੁਸੀਂ ਇਹਦੀਆਂ ਨਾ 20 ਪੱਟੀਆਂ ਕਰ ਦਿਓ, ਇਹਦੀਆਂ ਇੱਦਾਂ ਦੀਆਂ ਬੈਂਡਸ ਜਿਹੜੇ ਆ ਦੇਖੋ ਆ ਛੋਟੇ ਛੋਟੇ ਬੈਂਡ ਰੈੱਡ ਵਾਲੇ ਕਰ ਦਿੱਤੇ ਆਪਾਂ। ਹੁਣ ਇਹ ਸ਼ਾਇਦ ਜਿਹੜੇ 1 2 3 4 5 6 ਸੋ 4 20 ਦੇ ਕਰੀਬ ਮੰਨ ਲਓ ਆਪਾਂ ਇਹ ਕਰ ਦਿੱਤੇ, ਤੇ ਜਦੋਂ ਅਸੀਂ ਉਹ 20 ਕਰਾਂਗੇ ਤਾਂ ਆ ਜਿਹੜੀਆਂ ਰੈੱਡ ਪੋਰਸ਼ਨ ਹੈਗੇ ਉਹ ਉਨੇ ਘੱਟ ਜਾਣਗੇ। ਉਹ ਹੋਰ ਅਸੀਂ ਮਤਲਬ ਆਨਸਰ ਜਿਹੜਾ ਸਾਡਾ ਹੁਣ 95 ਆ ਜਾਊਗਾ। ਜੇ ਆਹ ਜਿਹੜੀਆਂ ਪੱਟੀਆਂ ਜਿਹੜੀਆਂ ਬੈਂਡਸ ਆ ਜਿਹੜੇ ਦੋ ਹਿੱਸੇ ਆ ਉਹ ਵਧਾ ਦਾਂਗੇ ਤਾਂ ਸਾਡਾ ਆਨਸਰ 100 ਆਉਣਾ ਚਾਹੀਦਾ ਸੀ, 90 ਆਇਆ ਸੀ, ਹੁਣ 95 ਆ ਜਾਊਗਾ, ਹੋਰ ਵਧੀਆ ਹੋ ਜਾਊਗਾ ਆਨਸਰ। ਕਾਫੀ ਹੱਦ ਤੱਕ ਅਸੀਂ 100 ਦੇ ਨੇੜੇ ਪਹੁੰਚਦੇ ਪਏ ਹਾਂ। ਅਸੀਂ ਇਹਦੀਆਂ 100 ਪੱਟੀਆਂ ਕਰ ਦਿੰਦੇ ਹਾਂ, ਇਹਦੀਆਂ 100 ਬੈਂਡਸ ਬਣਾ ਦਿੰਦੇ ਹਾਂ, ਹੋਰ ਬਰੀਕ ਕਰ ਦਿੰਦੇ ਹਾਂ। ਸੋ ਲਾਈਕ ਦਿਸ, ਤਾਂ ਅਸੀਂ ਹੋਰ ਨੇੜੇ ਮੰਨ ਲਓ ਕਿ 98 ਤੇ ਪਹੁੰਚ ਗਏ। ਜਿੰਨੀਆਂ ਤੁਸੀਂ ਇਹਦੀਆਂ ਬੈਂਡਸ ਵਧਾਈ ਜਾਓਗੇ ਉਨਾ ਤੁਹਾਡਾ ਆਨਸਰ ਜਿਹੜਾ ਉਹ ਜ਼ਿਆਦਾ ਆਈ ਜਾਊਗਾ। ਸੋ ਇਹਦਾ ਮਤਲਬ ਜੇ ਤੁਸੀਂ ਲੱਖ ਵਾਰੀ ਜਾਂ ਕਰੋੜ ਵਾਰੀ ਇਹਦੇ ਵਿੱਚ ਇੱਦਾਂ ਕਰ ਦਿੰਦੇ ਆ ਵੀ ਇਹਨੂੰ ਇੰਨੀਆਂ ਨੇੜੇ ਆਹ ਸਾਰੀਆਂ ਪੱਟੀਆਂ ਕਰ ਦਿੰਦੇ ਆ, the rectangles are very close to each other, that the number of partition n tends to infinity। ਮਤਲਬ ਆ ਜਿਹੜੀਆਂ ਇਹਨਾਂ ਵਿੱਚ ਜਿਹੜੇ ਆਪਾਂ 1 2 3 4 ਲੈ ਰਹੇ ਸੀ ਉਹ 4 ਦੀ ਥਾਂ ਤੇ n ਜਿਹੜਾ ਹੈਗਾ ਉਹ ਇਨਫਿਨਿਟੀ ਕਰ ਦਿੱਤਾ ਆਪਾਂ, ਲੱਖ ਕਰੋੜ ਅਰਬ ਖਰਬ ਉਹ ਤੋਂ ਵੀ ਜ਼ਿਆਦਾ ਕਰਦੇ ਪਏ ਆ। ਤਾਂ ਉਸ ਵੇਲੇ ਸਾਡੀਆਂ ਬਿਲਕੁਲ ਹੀ ਸਾਰੀਆਂ ਰੈਕਟੈਂਗਲਸ ਨਾਲ ਜੁੜ ਜਾਣਗੀਆਂ, ਤਾਂ ਜਿਹੜਾ ਰੈੱਡ ਪੋਰਸ਼ਨ ਆਪਣਾ ਮਿਸ ਹੋ ਰਿਹਾ ਸੀਗਾ ਉਹ ਬਿਲਕੁਲ ਹੀ ਖਤਮ ਹੋ ਜਾਊਗਾ। ਐਂਡ ਵੀ ਗੈਟ ਦਾ ਟੋਟਲ ਏਰੀਆ, ਮਤਲਬ ਕਿ ਅਸੀਂ ਏਰੀਆ ਲੱਭਣ ਲਈ ਰੈਕਟੈਂਗਲਸ ਦੇ ਏਰੀਆ ਨੂੰ ਐਡ ਕਰਦੇ ਹਾਂ, ਤਾਂ ਅਸੀਂ ਜਿਹੜਾ ਏਰੀਆ ਹੈਗਾ ਗ੍ਰਾਫ ਦੇ ਥੱਲੇ ਉਹਦੇ ਅੰਡਰ ਜਿਹੜਾ ਏਰੀਆ ਆ ਉਹਨੂੰ ਅਸੀਂ ਲੱਭ ਸਕਦੇ ਹੁੰਦੇ ਹਾਂ। ਸੋ ਇਹ ਸਾਰੀ ਗੱਲਬਾਤ ਨੂੰ ਇੰਟੈਗਰੇਸ਼ਨ ਦੀ ਫਾਰਮ ਦੇ ਵਿੱਚ ਅਸੀਂ ਕਿੱਦਾਂ ਲਿਖਦੇ ਹਾਂ। ਸੋ ਵੀ ਰਾਈਟ ਦਿਸ ਥਿੰਗ ਐਜ਼, ਸੋ ਇਹ ਵਾਲੀ ਸਾਰੀ ਚੀਜ਼ ਨੂੰ ਅਸੀਂ ਕਿੱਦਾਂ ਲਿਖਦੇ ਹਾਂ, ਅਸੀਂ ਇਹਨੂੰ ਇੰਟੈਗਰੇਸ਼ਨ ਦੀ ਫਾਰਮ ਦੇ ਵਿੱਚ ਲਿਖ ਦਿੰਦੇ ਹਾਂ। ਸੋ that is how this integration comes into this picture। ਸੋ ਅਸੀਂ ਕੀ ਕਹਿੰਦੇ ਹਾਂ ਕਿ ਜਿਹੜਾ ਏਰੀਆ ਹੈਗਾ, ਮੰਨ ਲਓ ਕਿ ਆਪਣੇ ਕੋਲ ਇੱਕ ਗ੍ਰਾਫ ਹੈਗਾ, ਸੇ ਵੀ ਹੈਵ ਅ ਗ੍ਰਾਫ। ਸੋ ਇਹ ਵਾਲਾ ਗ੍ਰਾਫ ਜਿਹੜਾ ਹੈਗਾ, ਇਹ ਵਾਲੇ ਗ੍ਰਾਫ ਦੇ ਵਿੱਚ ਮੰਨ ਲਓ ਆ ਗ੍ਰਾਫ ਹੈ ਇੱਕ ਛੋਟਾ ਜਿਹਾ ਮੈਂ ਬਣਾ ਰਿਹਾ, ਤੇ ਅਸੀਂ x = a ਤੋਂ ਲੈ ਕੇ x = b ਤੱਕ ਏਰੀਆ ਕੈਲਕੂਲੇਟ ਕਰਨਾ ਵਾ। ਮੰਨ ਲਓ ਇਹਦਾ ਨਾਮ a ਆ, ਇਹਦਾ b ਹੈਗਾ, ਇਹਦਾ c ਹੈਗਾ, ਇਹਦਾ d ਹੈਗਾ। ਸੋ ਏਰੀਆ ABCD, ਸੋ ਜਿਹੜਾ ਏਰੀਆ ABCD ਆ ਇਟ ਇਜ਼ ਰਿਟਨ ਲਾਈਕ ਦਿਸ ਇੰਟੈਗਰੇਸ਼ਨ। ਆ ਦੇਖੋ ਆ ਜਿਹੜਾ ਨਿਸ਼ਾਨ ਆ ਇਹਨੂੰ ਇੰਟੈਗਰੇਸ਼ਨ ਦਾ ਨਿਸ਼ਾਨ ਕਹਿੰਦੇ ਆ। ਵਟ ਇਜ਼ ਦਿਸ ਸਾਈਨ, ਇਹ ਹੈਗਾ ਦੇਖੋ S, ਸਮ ਦਾ ਜਿਹੜਾ S ਆ, ਤੁਸੀਂ ਇਹਨੂੰ ਸੋਚੋ ਇਹ ਰਬੜ ਦਾ ਬਣਿਆ ਹੋਵੇ ਤਾਂ ਇਹਨੂੰ ਫੜ ਕੇ ਖਿੱਚ ਦਈਏ ਤਾਂ ਇਹਦਾ ਡਿਜ਼ਾਈਨ ਇੱਦਾਂ ਦਾ ਬਣ ਜੂ। ਆ ਦੇਖੋ S ਨੂੰ ਆਪਾਂ ਜੇ ਰਬੜ ਦੀ ਹੁੰਦੀ S ਤਾਂ ਇਹਨੂੰ ਫੜ ਕੇ ਅਸੀਂ ਖਿੱਚ ਦਿੰਦੇ ਤੇ S ਇੱਦਾਂ ਦੀ ਬਣ ਜਾਂਦੀ। ਸੋ ਆਹ ਵਾਲਾ S, ਸੋ ਇਹੀ ਚੀਜ਼ ਆ, ਦਿਸ ਇਜ਼ ਸਮ। ਸੋ ਕਿਉਂਕਿ ਆਹ ਦੇਖੋ ਤੁਸੀਂ ਸਮ ਦੇ ਬਰਾਬਰ ਆਇਆ ਸੀ ਨਾ ਕਿ ਜੋੜ ਕਰਨਾ ਪਿਆ ਆਪਾਂ ਨੂੰ, ਇੰਟੈਗਰੇਸ਼ਨ ਮੈਨੇ ਜੋੜ ਕਰਨਾ ਹੈ ਨਾ। ਸੋ ਇਹਨੂੰ ਅਸੀਂ ਕਹਿੰਦੇ ਸਮਾਕਲਨ ਪੰਜਾਬੀ 'ਚ। ਸੋ ਸਮ ਬੇਸਿਕਲੀ ਇੰਟੈਗਰੇਸ਼ਨ ਜਿਹੜਾ ਉਹ ਜੋੜ ਆ ਇੱਕ ਤਰ੍ਹਾਂ ਦਾ, ਡਿਫਰੈਂਸ਼ੀਏਸ਼ਨ ਜਿਹੜਾ ਸੀ ਘਟਾਓ ਸੀਗਾ, ਡਿਫਰੈਂਸ ਮੈਨੇ ਘਟਾਓ ਹੈ ਨਾ। ਸੋ ਸਮ ਦਾ ਜਿਹੜਾ S ਆ ਉਹਨੂੰ ਫੜ ਕੇ ਅਸੀਂ ਲੰਬਾ ਕਰਤਾ,
सो जिहड़ा एस आ उन्होंने लंबा जा करके लिखन लग गए तो वो फिर इंटैग्रेशन का साइन बन गया। सो नाउ दिस इज़ इंटैग्रेशन एंड वी से एफ एक्स का इंटैग्रेशन आ, डी एक्स वेरीएबल आ तो कित्थों लैके कित्थों तक आ, ए तो लैके बी तक। सो ये इंटैग्रेशन बेसिक कंसैप्ट जिहड़ा इंटैग्रेशन का इत्थों आपां देख सकते हैं कि इत्थों आया। सो ये सारा कंसैप्ट जिन्हों ने तो मैथ करना उन्होंने तो डिटेल में सारिया गल्लां बातां पढ़ लैनियां तो उन्होंने पढ़निया भी पैणगियां, पढ़निया भी चाहिए। बट जिन्होंने बायो पढ़नी आ उन्होंने बहुता मैथ नहीं पढ़ना। सो दे जस्ट रिमैंबर कि हाँ इंटैग्रेशन तो भाव जोड़ का हुंदा वा, ਇਹਦਾ ਸਿੰਬਲ ਇਹ ਹੁੰਦਾ ਹੈਗਾ ਤੇ ਇਹਦੇ ਜਿਹੜੇ ਫਾਰਮੂਲੇ ਹੋਣਗੇ ਉਹ ਕਿਸ ਤਰ੍ਹਾਂ ਹੋਣਗੇ। ਸੋ ਇੰਨੇ ਨਾਲ ਹੀ ਆਪਣੀ ਜਿਹੜੀ ਫਿਜ਼ਿਕਸ ਦਾ ਗੁਜ਼ਾਰਾ ਹੈਗਾ ਉਹ ਹੋ ਜਾਣਾ। ਸੋ ਲੈਟ ਅਸ ਨਾਓ ਸੀ ਕਿ ਇੰਟੈਗਰੇਸ਼ਨ ਇਜ਼ ਦਾ ਓਪੋਜ਼ਿਟ ਆਫ ਡਿਫਰੈਂਸ਼ੀਏਸ਼ਨ। ਇੰਟੈਗਰੇਸ਼ਨ ਜਿਹੜਾ ਹੈਗਾ ਉਹ ਡਿਫਰੈਂਸ਼ੀਏਸ਼ਨ ਤੋਂ ਉਲਟਾ ਕੰਮ ਆ। ਜਿੱਦਾਂ ਅੰਡਰ ਰੂਟ ਤੇ ਸਕੁਅਰ ਇੱਕ ਦੂਜੇ ਦੇ ਉਲਟ ਹੁੰਦੇ ਆ, ਇੱਦਾਂ ਡੈਰੀਵੇਟਿਵ ਤੇ ਇੰਟੈਗਰੇਸ਼ਨ ਇੱਕ ਦੂਜੇ ਦੇ ਉਲਟ ਹੁੰਦੇ ਆ। ਸੋ ਕਿਵੇਂ देखो जिदा आप कहते वाई इज इक्वल टू एक्स स्केयर सीगा तो यदा जो डेरीवेटिव सीगा वो डी वाई बाई डी एक्स इज इक्वल टू 2x सीगा। हुण जे मैं 2x का इंटैगरेट करूँगा 2x का मतलब डेरीवेटिव है इनू इंटैगरेट करांगे ये चीज़ नूं तो फिर असीं इत्थे पहुँचांगे वापस। सो इफ वी इंटैगरेट दिस होल थिंग वी गैट दिस मतलब 2x नूं जे आपां इंटैगरेट करांगे तो dx लिखांगे। सो एफ एक्स डी एक्स जो इंटैगरेशन लिखना देखो उदों वो नाल इत्थे एफ एक्स ते नाल डी एक्स लिखना जरूरी आ। जिद्दां डी डेरीवेटिव लिखन लगे डी डी एक्स लिखना जरूरी है, इंटैगरेशन लिखन लगे आ वाला साइन इंटैगरेशन का साइन ते नाल इहदे इत्थे कोई फंक्शन होगा ते नाल डी एक्स लिखना जरूरी आ। सो यू हैव दिस थिंग इंटैगरेशन का साइन मीन देखो एस वर्गा हैगा, एस नूं लंबा कर दिता, इहदे नाल इत्थे कोई फंक्शन होएगा इट वे बी एफ एक्स एंड ये डी एक्स मतलब कि इत्थे कुछ भी हो सकता बट आ वाला जो साइन आ इंटैगरेशन का साइन एंड दिस डी एक्स दे विल रिमेन हेयर। बट ये कि जो डी एक्स आ ये वो वाला वेरीएबल है जो इत्थे होगा। मान लो कि तुहाडे कोल हैगा एफ जी वाई आ, मान लो जी वाई तो फिर इत्थे डी वाई लिखना पऊगा, फिर इंटैगरेशन तुसीं इत्थे डी वाई लिखोगे। ठीक है, मान लो तुहाडे कोल एच यू हैगा दैन डू यू विल राइट डी यू इंटैगरेशन डी यू क्योंकि जोड़ा वेरीएबल होगा वह जोड़ा स्मॉल पार्ट आ वो नाल लिखना पऊगा। डी यू की रिप्रजेंट बेसिकली करता पाया आ देखो आ एच जोड़ा नाल मल्टीप्लाई हो रहा सी। सो एच मल्टीप्लाई हो रहा सी बाकी सारियां दा जोड़ हो रहा सी। ठीक है, सो इस तरह ये जोड़ा पार्ट आ सो इत्थे आप एच कह रहे सी एच नूं असीं डी एक्स कह सकते हैं डी एक्स। सो देयरफॉर दिस विल बी डी एक्स। सो ये जोड़ा इंटैगरेशन आ ये बेसिकली डिफरेंशिएशन का ओपोजिट हैगा वा। सो ये बेसिकली आपां ने फार्मूले देखने आ उन्होंने याद रखना वा। ये सारा कंसैप्ट जे औखा लग्या बोरिंग लग्या तो घबराने की लोड़ नहीं है। ये मैथ वालियां लई ज़्यादा इंपोर्टेंट हुंदा वा, बायो वालियां लई इन्ना इंपोर्टेंट नहीं हुंदा बट एक आइडिया होना चाहिए आ जोड़ा कि आपां लैण की कोशिश की। जे समझ लग गया तो बहुत वधिया गल आ, अदरवाइज यू मस्ट रिमैंबर द फॉर्मूले कि भी फॉर्मूले की होणगे इंटैगरेशन के। सो इंटैगरेशन के जिद्दां डेरीवेटिव के कुछ फॉर्मूले सी इदां इंटैगरेशन के कुछ फॉर्मूले होणगे। सो वो की फॉर्मूले होणगे जिद्दां मान लो कि एक्स दा डेरीवेटिव इंटैगरेशन आ एक्स डी एक्स सो इट विल बी एक्स स्क्वेयर बाय 2 प्लस कॉन्सटेंट। मान लो तुहाडे कोल हैगा एक्स पावर एन डी बेसिक फार्मूला आया जो तुसीं याद रखना क्योंकि सारी जगह तो यही फिट होना है एक्स पावर एन। सो एन कैन बी एनीथिंग एन प्लस 1 बाय एन प्लस 1 दिस इज़ 1 एन प्लस 1 डिवाइड बाय एन प्लस 1 प्लस ए कॉन्सटेंट। हुण कॉन्सटेंट क्यों आंदा क्योंकि डेरीवेटिव ऑफ कॉन्सटेंट इज़ 0। So derivative of constant is 0 therefore when you take derivative of this whole thing then you will reach at xn। सो तुसीं इहनूं चैक कर सकते हो, इहदा डेरीवेटिव लैके देखो एक्स स्केयर बाय 2 का एक्स स्केयर का डेरीवेटिव 2x नीचे 2 वैसे ही आ जाऊगा, सी का डेरीवेटिव 0 2 नाल 2 कैंसिल हो गया एक्स बचा। सो एक्स का इंटैगरेट सीगा। सो इसलिए आपां कोई कॉन्सटेंट विच ऐड जरूर करते हैं, जरूरी नहीं इत्थे जिहड़ियां आपां पिछे देखियां भी लिमिट्स लिखनियां ए बी
ਉਹ ਹਰ ਵਾਰੀ ਆਪਾਂ ਨਹੀਂ ਲਿਖਣੀਆਂ ਹੁੰਦੀਆਂ, ਲੋੜ ਅਨੁਸਾਰ ਲਿਖਣੀਆਂ ਪੈਂਦੀਆਂ ਕਿ ਇਨੀਸ਼ੀਅਲ ਤੇ ਫਾਈਨਲ ਕੰਡੀਸ਼ਨ ਕੀ ਹੈਗੀ ਆ। ਜੇ ਪਤਾ ਆ ਤਾਂ ਲਿਖ ਦਿਓ, ਜੇ ਨਹੀਂ ਪਤਾ ਤਾਂ ਫਿਰ ਡਾਇਰੈਕਟ ਫਾਰਮੂਲਾ ਜਿਹੜਾ ਹੈਗਾ ਉਹ ਲਿਖਣਾ ਹੁੰਦਾ। ਸੋ ਇਹ ਬਹੁਤ ਇੰਪੋਰਟੈਂਟ ਫਾਰਮੂਲਾ ਵਾ, ਐਕਸ ਐਨ ਡੀ ਐਕਸ ਇਜ਼ ਇਕੁਅਲ ਟੂ, so this is dx x n plus 1 divided by n plus 1 plus c. so this is very important formula. ਹੁਣ ਆਪਣੇ ਕੋਲ 1 by x dx ਇੰਟੈਗਰੇਟ ਜੇ ਆਪਾਂ ਕਰ ਦਈਏ, ਇਟ ਵਿਲ ਬੀ log x plus c. ਸੋ ਇਹਨੂੰ ਤੁਸੀਂ ਜਸਟ ਇੱਦਾਂ ਹੀ ਸਮਝ ਲਓ ਫਿਲਹਾਲ, ਜਿੱਥੇ ਲੋੜ ਪਊਗੀ ਉੱਥੇ ਤੁਹਾਨੂੰ ਦੁਬਾਰਾ ਦੱਸ ਦਿੱਤਾ ਜਾਊਗਾ ਵੀ ਕਿਉਂ ਇੱਦਾਂ ਕੀਤਾ ਗਿਆ। ਸੋ ਦਿਸ ਇਜ਼ ln ਇਜ਼ ਨੈਚੁਰਲ ਲੋਗਰਿਥਮ ਆਫ ਮੋਡ x। ਸੋ ਇਹਦੇ ਵਿੱਚ ਯੂਜ਼ਲੀ ਆਪਾਂ ਇੱਦਾਂ ਲਿਖਦੇ ਹੁੰਦੇ ਹਾਂ। ਸੋ ਇਸ ਤਰ੍ਹਾਂ ਆਪਣੇ ਕੋਲ ਇੰਟੈਗਰੇਸ਼ਨ ਦੇ ਫਾਰਮੂਲੇ ਹੁੰਦੇ ਆ। ਸੋ ਇੱਦਾਂ ਆਪਣੇ ਕੋਲ ax ਪਲੱਸ b ਪਾਵਰ n dx ਦਾ ਜੇ ਇੰਟੈਗਰੇਸ਼ਨ ਕਰਨਾ ਹੋਵੇ ਤਾਂ ਇਟ ਵਿਲ ਬੀ ax ਪਲੱਸ b ਹੋਲ ਪਾਵਰ n ਪਲੱਸ 1 ਡਿਵਾਈਡ ਬਾਈ n plus 1 plus constant. So constant ਜ਼ਰੂਰੀ ਨਹੀਂ c ਲਿਖਣਾ ਹੈ, you can write k, you can write anything else depending upon the situation. ਜਿੱਦਾਂ ਹੁਣ ਇੱਥੇ ਮੰਨ ਲਓ a b ਆਇਆ ਸੀ, ਹੋ ਸਕਦਾ ਇੱਥੇ c ਹੁੰਦਾ ਤਾਂ ਫਿਰ ਤੁਸੀਂ ਦੁਬਾਰਾ c ਨਹੀਂ ਲਿਖ ਸਕਦੇ, ਫਿਰ ਤੁਸੀਂ ਕੋਈ ਹੋਰ k ਵਗੈਰਾ ਲਿਖ ਲੈਣਾ ਸੀਗਾ ਵੀ this is constant, ਸੋ ਨਾਲ ਕਹਿ ਦੇਣਾ ਕਿ ਇਹ constant ਹੈਗਾ। ਹੁਣ sin x ਦਾ ਇੰਟੈਗਰੇਟ ਕੀ ਹੋਊਗਾ, sin x ਨੂੰ ਜੇ ਇੰਟੈਗਰੇਟ ਕਰੀਏ sin x dx it will be minus cos x plus c. ਸੋ ਇੱਦਾਂ ਹੀ ਜਿਹੜਾ ਹੈਗਾ cos x ਦਾ ਇੰਟੈਗਰੇਟ ਕੀ ਹੋਊਗਾ, cos, ਇਹ ਤੁਸੀਂ ਯਾਦ ਰੱਖਣੇ ਆ, ਬਹੁਤੇ ਚੱਕਰ 'ਚ ਨਹੀਂ ਪੈਣਾ ਵੀ ਕਿੱਦਾਂ ਆਏ ਕਿਉਂ ਆਏ। ਸੋ ਜਿੱਥੇ ਲੋੜ ਪੈਣੀ ਆ ਉੱਥੇ ਦੁਬਾਰਾ ਤੁਹਾਨੂੰ ਫਿਰ ਦੱਸ ਦਿੱਤਾ ਜਾਣਾ ਕਿ ਹਾਂ ਇੱਦਾਂ ਕੁਛ ਹੁੰਦਾ ਆ। ਸੋ ਦਿਸ ਇਜ਼ ਏ ਟੂਲ, ਬੇਸਿਕਲੀ ਇਹ ਟੂਲਸ ਆ ਸਾਡੇ, ਇਹਨਾਂ ਨੂੰ ਅਸੀਂ ਬਣਨਾ ਜਿੱਦਾਂ ਹੁਣ ਇੱਕ ਮਿਸਤਰੀ ਨੇ ਜੇ ਕੋਈ ਨਟ ਬੋਲਟ ਖੋਲ੍ਹਣਾ ਹੋਵੇ ਤਾਂ ਕੋਈ ਚਾਬੀ ਪਾਨੇ ਰੈਂਚ ਹੁੰਦੇ ਆ, ਉਹਨੇ ਇਹ ਥੋੜ੍ਹੀ ਦੇਖਣਾ ਕਿ ਰੈਂਚ ਕਿੱਦਾਂ ਬਣਾਇਆ ਹੋਊਗਾ, ਉਹਨੂੰ ਤਾਂ ਇਹਦੇ ਨਾਲ ਮਤਲਬ ਆ ਕਿ ਰੈਂਚ ਹੈਗਾ ਉਹਦੇ ਨਾਲ ਨਟ ਖੁੱਲ੍ਹ ਜਾਂਦਾ ਵਾ, ਹੈ ਨਾ। ਉਹ ਟੂਟੀਆਂ ਵਾਲੇ ਕਰਦੇ ਨਾ ਲੰਬੇ ਲੰਬੇ ਪਲਾਸ ਰੈਂਚ ਵਗੈਰਾ ਹੁੰਦੇ ਆ ਉਹਨਾਂ ਕੋਲ, ਉਹਦੇ ਨਾਲ ਉਹ ਪਾਈਪ ਖੋਲ੍ਹਦੇ ਆ, ਫਿੱਟ ਕਰਦੇ ਆ, ਟੂਟੀਆਂ ਖੋਲ੍ਹਦੇ ਆ। ਸੋ ਸਾਡੇ ਲਈ ਇਹ ਹੋਰ ਚੀਜ਼ ਹੈਗੀ ਹੈ ਜਿਹੜੀ ਆਪਾਂ ਫਾਰਮੂਲੇ ਨੋਟ ਕਰਦੇ ਪਏ ਹਾਂ। ਸੋ ਇਹ ਕਿੱਦਾਂ ਆਏ, ਕਿੱਥੋਂ ਆਏ, ਉਸ ਚੱਕਰ 'ਚ ਆਪਾਂ ਨਹੀਂ ਪੈਣਾ। ਹਾਂ ਜੇ ਤੁਸੀਂ ਕਿਊਰੀਅਸ ਹੈਗੇ ਹੋ ਤਾਂ ਬੁੱਕਸ ਹੈਗੀਆਂ ਆ, ਬੁੱਕਸ ਦੇ ਵਿੱਚ ਪੜ੍ਹੋ ਅਤੇ ਦੇਖ ਲਓ ਵੀ ਕਿਉਂ ਹੋਇਆ, ਕਿੱਦਾਂ ਹੋਇਆ, ਉਹਦੇ ਪਿੱਛੇ ਕੀ ਕਹਾਣੀ ਆ। ਸੋ ਅਦਰਵਾਈਜ਼ ਯੂ ਮਸਟ ਨੋ ਦਾ ਫਾਰਮੂਲੇ ਕਿ ਹਾਂ ਇੱਦਾਂ ਫਾਰਮੂਲੇ ਹੈਗੇ ਆ। ਸੋ ਇਸ ਤਰ੍ਹਾਂ ਇਹ ਆਪਣੇ ਕੋਲ ਜਿਹੜਾ ਹੈਗਾ ਇੰਟੈਗਰੇਸ਼ਨ ਹੁੰਦੀ ਆ। ਸੋ ਲੈਟ ਅਸ ਹੈਵ ਸਮ ਪ੍ਰੈਕਟੀਕਲ ਐਗਜ਼ਾਮਪਲ, ਜਿੱਦਾਂ x ਪਾਵਰ 3 ਹੋਵੇ ਤਾਂ ਇਹਨੂੰ ਅਸੀਂ ਇੰਟੈਗਰੇਟ ਕਰਨਾ ਹੋਵੇ। ਸੋ ਇਟ ਵਿਲ ਬੀ ਸਿੰਪਲੀ, ਆਪਾਂ ਕੀ ਕਹਿ ਰਹੇ ਹਾਂ ਕਿ ਇੱਕ ਪਾਵਰ ਵੱਧ ਜਾਏਗੀ 3 plus 1 ਡਿਵਾਈਡ ਬਾਈ 3 plus 1 plus constant. ਸੋ ਇਟ ਵਿਲ ਬੀ 1 by 4 into x ਪਾਵਰ 4 plus c. ਸੋ ਇਸ ਤਰ੍ਹਾਂ ਇਹ ਜਿਹੜਾ ਹੈਗਾ x3 ਦੀ ਵੈਲਿਊ ਜਿਹੜੀ ਆ ਇੰਟੈਗਰੇਸ਼ਨ ਆ ਉਹ ਇੰਨੀ ਬਣ ਜੂਗੀ। ਹੁਣ ਇਹਦਾ ਅਸੀਂ ਡੈਰੀਵੇਟਿਵ ਲੈ ਕੇ ਦੇਖੀਏ ਇਸ ਚੀਜ਼ ਦਾ ਡੈਰੀਵੇਟਿਵ, ਤਾਂ ਇਹਦਾ ਡੈਰੀਵੇਟਿਵ ਆਊਗਾ 1 by 4। ਡੈਰੀਵੇਟਿਵ 'ਚ ਕੀ ਹੁੰਦਾ, ਪਾਵਰ 4 ਅੱਗੇ ਅਤੇ ਇੱਕ ਪਾਵਰ ਘੱਟ ਜਾਂਦੀ ਆ 4 minus 1। ਕੌਨਸਟੈਂਟ ਦਾ ਡੈਰੀਵੇਟਿਵ 0 ਹੁੰਦਾ ਵਾ। ਸੋ 4 ਨਾਲ 4 ਕੱਟ ਗਿਆ, ਇਹ ਐਕਸ ਕਿਊਬ ਆ ਗਿਆ। ਸੋ ਇਟ ਇਜ਼ ਐਕਸ ਕਿਊਬ। ਸੋ ਡੈਰੀਵੇਟਿਵ ਲੈਣ ਤੋਂ ਇਹਦਾ ਡੈਰੀਵੇਟਿਵ ਲਿਆ, ਸੋ ਡੈਰੀਵੇਟਿਵ। ਸੋ ਇੱਥੋਂ ਸਾਨੂੰ ਕੀ ਪਤਾ ਲੱਗਦਾ ਕਿ ਡੈਰੀਵੇਟਿਵ ਜਿਹੜੇ ਹੈਗੇ ਆ ਉਹ ਇੰਟੈਗਰੇਸ਼ਨ ਅਤੇ ਡੈਰੀਵੇਟਿਵ ਇੱਕ ਦੂਸਰੇ ਦੇ ਉਲਟੇ ਹੈਗੇ ਆ। ਸੋ ਇਹ ਚੀਜ਼ 'ਤੇ ਅਸੀਂ ਦੁਬਾਰਾ ਪਹੁੰਚ ਜਾਂਦੇ ਹਾਂ। ਆਹ ਵਾਲੀ ਚੀਜ਼ ਇੰਟੈਗਰੇਸ਼ਨ ਆ ਇਹਦੀ, ਸੋ ਇਹਦੀ ਇੰਟੈਗਰੇਸ਼ਨ ਇੰਨੀ ਆ, ਇਹਦਾ ਡੈਰੀਵੇਟਿਵ ਵਾਪਸ ਐਕਸ ਕਿਊਬ ਆ। ਸੋ ਇਹਦਾ ਡੈਰੀਵੇਟਿਵ ਇੰਨਾ ਆ, ਠੀਕ ਆ। ਸੋ ਡੀ ਡੀ ਐਕਸ ਆਫ ਦਿਸ ਥਿੰਗ, ਸੋ ਇਹਦਾ ਡੀ ਡੀ ਐਕਸ ਇੰਨਾ ਆ। ਸੋ ਦੇ ਆਰ ਓਪੋਜ਼ਿਟ ਆਫ ਈਚ ਅਦਰ। ਸੋ ਮੰਨ ਲਓ ਕਿ ਐਕਸ ਪਾਵਰ -5 ਹੁੰਦਾ ਡੀ ਐਕਸ, ਤਾਂ ਫਿਰ ਇੱਥੇ ਕਰਨਾ ਸੀ x -5 plus 1 over -5 plus 1 plus constant. ਸੋ ਇਹ ਕਿੰਨਾ ਬਣ ਗਿਆ x -4 over -4 plus c. ਸੋ ਦਿਸ ਵਿਲ ਬੀ ਪਾਵਰ ਮਾਈਨਸ ਆ ਉਹ ਬਟੇ 'ਚ ਚੱਲ ਜਾਊਗੀ ਇੰਟੂ 1 over x4 plus c. ਸੋ ਇਸ ਤਰ੍ਹਾਂ ਆਪਣੇ ਕੋਲ ਜਿਹੜਾ ਹੈਗਾ x ਪਾਵਰ -5 ਦਾ ਆਨਸਰ -1 by 4 1 over x ਪਾਵਰ 4 plus c ਆ ਜਾਊਗਾ। ਸੋ ਦਿਸ ਇਜ਼ ਹਾਊ ਵੀ ਹੈਵ these formulae for integration. So there may be other formulae so which you can go through. So ਹੋਰ ਫਾਰਮੂਲੇ ਵੀ ਹੋ ਸਕਦੇ ਆ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ, ਯਾਦ ਕਰ ਸਕਦੇ ਹੋ। ਬਾਕੀ ਜਦੋਂ ਇਹਨਾਂ ਦੀ ਲੋੜ ਪਊਗੀ ਉਦੋਂ ਅਸੀਂ ਇਹਨਾਂ ਨੂੰ ਦੇਖ ਲੈਣਾ ਵਾ ਵੀ ਫਾਰਮੂਲਾ ਇਹ ਹੈਗਾ, ਦੁਬਾਰਾ ਫਿਰ ਉੱਥੇ ਦੱਸ ਦਿੱਤਾ ਜਾਊਗਾ। ਹੁਣ ਇੱਕ ਜਿਹੜੀ ਇਹਦੇ 'ਚ ਜ਼ਿਆਦਾ ਇੰਪੋਰਟੈਂਟ ਗੱਲ ਆ ਉਹ ਕੀ ਹੈਗੀ ਆ ਕਿ ਜਦੋਂ ਇੰਟੈਗਰੇਸ਼ਨ ਦੀ ਲਿਮਿਟ ਹੋਏਗੀ, ਮੰਨ ਲਓ a ਤੋਂ ਲੈ ਕੇ b ਤੱਕ f(x) dx,
ਹੁਣ ਦੇਖੋ ਐਫ ਐਕਸ ਡੀ ਐਕਸ ਦਾ ਜਿੱਦਾਂ ਮੰਨ ਲਓ ਆ ਐਫ ਐਕਸ ਹੋਵੇ ਈ ਦੀ ਐਕਸ ਪਾਵਰ ਕਿਊਬ, ਦਿਸ ਇਜ਼ ਐਫ ਐਕਸ, ਸੇ ਇਫ this is fx, then you will get something gx, so this is something gx, ठीक है ना। सो जे एफ एक्स आ तो ये फिर सेम तो नहीं ना है, कोई डिफरेंट है, मतलब दिस इज़ ए फंक्शन इन एक्स, सो वी कैन से इट इज़ जी एक्स और इट इज़ एच एक्स और वट एवर। सो असी भी ना इनू कह सकते कि जी एक्स आ, इनू असी कहते एफ एक्स आ। सो एफ एक्स इंटैग्रेट करके मान लो जी एक्स आया, फंक्शन आया कोई होर, ਇਹਦਾ मतलब एफ एक्स डी एक्स जो करांगे तो कोई ना कोई आंसर आएगा अपना। मान लो कि वो एच एक्स आंसर आया तो एच एक्स के इतने आप फिर एक डंडा पा के असी इतने लिखते हैं ए तो लैके बी तक, एक्स की वैल्यू ए तो लैके बी तक हैगी आ। फिर असी उपर वाली वैल्यू पहलों भरांगे एच बी माइनस एच ए। सो असी इदा ये वैल्यू जी कैलकुलेट करते हैं जे लिमिट्स लिखियां हो। जिदा मान लो असी एक सिंपल एग्जाम्पल ले लें, से एक्स डी एक्स 3 तो लैके 4 तक, तो असी जो इन इंटैग्रेट करांगे, सो वट विल बी द वैल्यू फॉर दिस, सो द वैल्यू फॉर दिस विल बी एक्स डी एक्स, सो इट विल हैव एक्स दी पावर 1 आ, सो इट विल बिकम एक्स 2 ओवर 2। हुण इहदे च एक गल नोट करनी है, जदों लिमिट हुंदी आ उदों फिर कॉन्सटेंट नहीं लिखीदा। सो इत्थे अपने कोल 3 आ, 3 तो लैके 4 तक। सो पहलों 4 भरना एक्स की थां ते 4 स्केयर बटा 2, फिर माइनस 3 स्केयर बटा 2। सो 4 चौके 16 बटा 2 माइनस 9 बटा 2, सो 16 माइनस 9 बटा 2, सो 16 माइनस 9 कितना हो गया अपने को 7 बटा 2। सो यदा जो आंसर आ वो 7 बटा 2, मतलब ये बेसिकली आप की किया कि वाई बराबर एक्स का जो ग्राफ सीगा वो 3 तो लैके 4 तक वो एरिया लभ्या। सो वह जो एरिया अंडर दिस थिंग आया वो 7 बटा 2 आया। सो असी इन्नी डीप भी नहीं जाना, बस हाँ इंटैग्रेट करके आ तरीका वा, इस तरह असी उन्होंने इंटैग्रेट करते हैं। और मान लो एक होर एग्जाम्पल ले लें, से वी हैव वाई इज़ इक्वल टू, सो वाई इज़ इक्वल टू मान लो आप सीधा ही ले लें इंटैग्रेट साइन एक्स डी एक्स, वैल्यू हैगी आ 0 तो लैके π/2। सो साइन एक्स का इंटैग्रेट आप इत्थे देखिया सी, साइन एक्स का इंटैग्रेट कॉस माइनस कॉस एक्स सीगा, सो इट विल बी माइनस कॉस एक्स 0 to π/2। हुण ये बन गया अपने को माइनस विच फार्मूले च आ गया, माइनस नूं असीं बाहर छड्ड दिंदे हां। सो कॉस पहलों उपर वाली वैल्यू π/2 माइनस थल्ले वाली वैल्यू 0। सो कॉस 90 डिग्री कितना हुंदा जे तुहानूं याद होना। सो द कॉस का जिहड़ा ग्राफ सीगा वो इदां दा हुंदा। सो इट विल बी इट इज़ समथिंग लाइक दिस। सो आ साइन 0 जिहड़ा 0 वैल्यू तो कॉस 1 हुंदा ते 90 ते 0 हुंदा। सो दिस इज़ 90, सो 0 आ, ये 1 आ, बाहर माइनस 1 आ, सो वी विल गैट +1। सो ये जी वैल्यू आ साइन एक्स डी एक्स की 0 तो π/2 जे आप आंसर कैलकुलेट करिए तो 1 आ जाता है। सो इस तरह आप जोड़े है इंटैग्रेशन के कुछ फार्मूले आ जोड़े असी देखे। सो ये जोड़े फार्मूले है ये जिदा आप टाइम तो वेलोसिटी तो एक्सेलरेशन वगैरह के भी असी इन्हां चीज़ों को देखना आ। सो लैट अस नाउ सी के भी जी टाइम जो टाइम डेरीवेटिव आ, टाइम रेट ऑफ चेंज आ, जिदा आप की कहते हैं कि जी वेलोसिटी आ वो की होंगी आ, वो डेल्टा एक्स बटा डेल्टा टी होंगी आ। ये कौन होंगी है? एवरेज वेलोसिटी होंगी आ, ठीक है। सो ये आप पहलों देख चुके हैं, मतलब कि जे पहलों वो पोजीशन मान लो एक आह डिस्टेंस सीगा, वो पोजीशन एक्स सीगी तो उदों टाइम टी सीगा, फिर एक्स प्लस डेल्टा एक्स हो गई तो टाइम जोड़ा है टी प्लस डेल्टा टी हो गया। ਇਹਦਾ मतलब ਅਸੀਂ ਕਹਿੰਦੇ टोटल ਜਿਹੜਾ डिस्टेंस ट्रैवल्ड आ पोजीशनस आ तो वो कितना होगा एक्स प्लस डेल्टा एक्स ਦੇ ਵਿੱਚੋਂ ਅਸੀਂ एक्स घटा ਦਾਂਗੇ डिवाइड बाय T2 माइनस T1 मेरा T2 हो गया माइनस T1 T हो गया। तो V एवरेज की वैल्यू जी अपने को डेल्टा एक्स बाय डेल्टा टी आ जाऊगी। ਇਹਦਾ मतलब डेल्टा एक्स बाय डेल्टा टी करके साढ़े को एवरेज वेलोसिटी जी वो वैल्यू आ जाती हैगी आ। सो ये आप ऑलरेडी एवरेज वेलोसिटी का कंसैप्ट जोड़ा वो देख चुके हैं। हुण डेरीवेटिव के पॉइंट ऑफ व्यू नाल की होगा, डेरीवेटिव के पॉइंट ऑफ व्यू नाल ये होएगा कि जे असी कही कि डेल्टा टी टेंड्स टू 0 करना आपाने, जे डेल्टा टी टेंड्स टू 0 करना तो आप दसिया सी फिर डी एक्स बाय डी टी लिखना पैना, विच विल बी इक्वल टू लिमिट डेल्टा टी टेंड्स टू 0
डेल्टा एक्स बाय डेल्टा टी। सो दिस डेल्टा ਤੁਸੀਂ ਇੱਦਾਂ ਵੀ ਆਪਾਂ ਲਿਖ ਸਕਦੇ ਹਾਂ डेल्टा एक्स बाय डेल्टा टी। ਤਾਂ ਫਿਰ ਇੱਥੇ ਸਾਰੇ ਕਿਤੇ डेल्टा ਸਿੰਬਲ ਚੇਂਜ ਹੋ ਜੂਗਾ। ਸੋ that does not have any you can say effect on this। सो डेल्टा छोटा डेल्टा या बड़ा डेल्टा जो मर्जी लै लो। सो लिमिट डेल्टा टी टेंड्स टू 0 डेल्टा एक्स बाय डेल्टा टी। सो दिस इज नाउ नोन एज डी एक्स बाय डी टी एंड इज इंस्टेंटेनियस वेलोसिटी। सो इंस्टेंटेनियस वेलोसिटी बन गई तत्काल उस वेले वाली, क्योंकि टाइम तुहानूं जे याद होना आपां कहा सीगा कि टाइम जिहड़ा हैगा वो 0 ਜਦੋਂ हो गया टाइम बीतन ही नहीं देना, बिना बीते टाइम ਆਪਾਂ ਜਿਹੜੀ ਵੈਲੋਸਿਟੀ ਆ ਉਹ ਪਤਾ ਕਰਨੀ ਆ। ਤਾਂ ਫਿਰ ਉਹਨੂੰ ਅਸੀਂ ਇੰਸਟੈਂਟੇਨੀਅਸ ਵੈਲੋਸਿਟੀ ਕਹਿੰਦੇ ਆ। ਤਾਂ ਉਹ dx ਬਾਈ dt ਬਣਦੀ ਹੈਗੀ ਆ। ਸੋ ਜੇ ਆਪਾਂ ਇਹਨੂੰ ਗ੍ਰਾਫ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ, ਮੰਨ ਲਓ ਆ ਗ੍ਰਾਫ ਹੈਗਾ, ਤਾਂ ਆਪਾਂ ਆਹ ਵਾਲੇ ਪੁਆਇੰਟ 'ਤੇ ਪਤਾ ਕਰਨਾ ਚਾਹੁੰਦੇ ਆ। ਸੋ ਇੱਥੇ ਇਹਦਾ ਜਿਹੜਾ ਟੇਂਜੈਂਟ ਆ ਉਹ ਆ ਬਣੇਗਾ। ਸੋ ਆ ਜਿਹੜੀ ਇਹਦਾ ਸਲੋਪ ਆ ਮੀਨਸ ਆਹ ਵਾਲੇ ਪੁਆਇੰਟ 'ਤੇ ਜਿਹੜੀ ਵੈਲਿਊ ਆ ਉਹਦੀ, ਸੋ ਦੈਟ ਵਿਲ ਬੀ ਯੋਰ ਇੰਸਟੈਂਟੇਨੀਅਸ ਵੈਲੋਸਿਟੀ। ਤੇ ਦਿਸ ਇਜ਼ ਦ dx ਬਾਈ dt ਇਜ਼ ਦ ਸਲੋਪ ਐਟ ਦਿਸ ਪਰਟੀਕੂਲਰ ਪੁਆਇੰਟ। ਸੋ ਆਹ ਵਾਲੇ ਪੁਆਇੰਟ 'ਤੇ ਇਸ ਵੇਲੇ ਸੋ ਇਹ ਇੰਸਟੈਂਟੇਨੀਅਸ ਆ। ਹੁਣ ਜੇ ਤਾਂ ਯੂਨੀਫਾਰਮ ਮੋਸ਼ਨ ਹੋਊਗੀ, ਯੂਨੀਫਾਰਮ ਮੋਸ਼ਨ, ਸੋ ਜੇ ਤਾਂ ਯੂਨੀਫਾਰਮ ਮੋਸ਼ਨ ਹੋਏਗੀ ਫਿਰ ਤਾਂ ਐਵਰੇਜ ਦੀ ਵੈਲਿਊ ਵੀ ਉਨੀ ਹੀ ਆਏਗੀ ਜਿੰਨੀ ਇੰਸਟੈਂਟੇਨੀਅਸ ਦੀ ਆਏਗੀ। ਠੀਕ ਆ, ਜੇ ਯੂਨੀਫਾਰਮ ਮੋਸ਼ਨ ਹੋਏਗੀ। ਜੇ ਨੋਨ ਯੂਨੀਫਾਰਮ ਮੋਸ਼ਨ ਹੋਏਗੀ ਫਿਰ ਇੰਸਟੈਂਟੇਨੀਅਸ ਦੀ ਵੈਲਿਊ ਅਲੱਗ ਵੀ ਆ ਸਕਦੀ ਆ ਤੇ ਬਾਕੀ ਵੈਲਿਊ ਅਲੱਗ ਹੋਣਗੀਆਂ ਕਿਉਂਕਿ ਉਹ ਨੋਨ ਯੂਨੀਫਾਰਮ ਜਾਂ ਵੇਰੀਏਬਲ ਹੈਗੀਆਂ। ਸੋ ਦਿਸ ਇਜ਼ ਹਾਊ ਦਿਸ ਡੈਰੀਵੇਟਿਵ ਕਮਸ ਇਨਟੂ ਦਿਸ ਥਿੰਗ। ਸੋ ਇੱਥੇ ਡੈਰੀਵੇਟਿਵ ਦਾ ਕੀ ਮਤਲਬ ਆਉਂਦਾ ਵਾ ਕਿ ਜਿਹੜੀ ਵੈਲੋਸਿਟੀ ਆ, ਸੋ ਦੈਟ ਇਜ਼ dx ਬਾਈ dt। ਸੋ ਇਸ ਤਰ੍ਹਾਂ ਵੈਲੋਸਿਟੀ ਜਿਹੜੀ ਆ ਇਟ ਬਿਕਮਸ ਦਾ ਡੈਰੀਵੇਟਿਵ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਟਾਈਮ। ਸੋ ਇਟ ਇਜ਼ ਦਾ ਰੇਟ ਆਫ ਚੇਂਜ ਆਫ पोजीशन या डिसप्लेसमेंट। वेलोसिटी इज़ द डेरीवेटिव ऑफ एक्स विद रिस्पैक्ट टू टी। सो ये जिहड़ा चीज़ आपां लिखते हैं कि वेलोसिटी जिहड़ी आ वो डी एक्स बाय डी टी हुंदी आ, इहनूं असीं कहने कैलकुलस डेफिनेशन। कैलकुलस मैथेमैटिक्स दे विच एक कंसैप्ट आ, एक पूरा फील्ड ही आ, एक तरह का पूरा मैथ ही आ कैलकुलस। जिद्दां अलजैबरा तुसीं पढ़ते रहे 4th 5th 6th तो ऑनवर्ड 10वीं 12वीं तक अलजैबरा पढ़ते ही रहने आ। तो इदां ही कैलकुलस जिहड़ा हैगा 11th 12th तो बाद शुरू हुंदा। तो ये एक पूरा फील्ड आ जिहड़ा कि तुसीं जे मैथेमैटिक्स पढ़ते रहने आ तां इट गोज़ अप टू MSc। सो ये खत्म ही नहीं हुंदा। फिर उस तो बाद ज्यों ये +1 तो बाद कैलकुलस शुरू हुंदा मैथ दे विच, डेरीवेटिव ते इंटैग्रेशन भी इहदा ही हिस्सा वा। ਹੁਣ देखो जो वेलोसिटी जी dx बाई dt आ तो फिर ਇਹਦਾ इंटैग्रेशन ਆਪਾਂ कहदा उल्टा काम आ। तो dt ਨੂੰ ਜੇ मैं इधर भेजदा वेलोसिटी इंटू dt ਇਹਦਾ इंटैग्रेट करिए तो दिस इज इक्वल टू dx। ठीक है, सो इट विल बी वेलोसिटी इंटू टाइम इक्वल टू x। सो ये ਜਿਹੜਾ dt क्योंकि वेलोसिटी ਜੇ ਮੰਨ ਲਓ ਆਪਾਂ ਕਹਿੰਦੇ कॉन्स्टेंट आ, ये नहीं चेंज हुई तो फिर ਇਹਨੂੰ ਆਪਾਂ ਕੁਛ नहीं ਕਹਾਂਗੇ। ਜਿੱਦਾਂ 2 ਹੈਗਾ, ਜੇ 2 ਦਾ ਮੰਨ ਲਓ 2 dx ਕਰਨਾ ਹੋਵੇ ਆਪਾਂ 2 dx तो फिर 2 ਨੂੰ ਕੁਛ ਵੀ ਨਹੀਂ ਹੋਣਾ, dx ਦਾ x ਬਣ ਜਾਣਾ ਇੰਟੈਗਰੇਸ਼ਨ ਜੇ ਕਰਾਂਗੇ। ਸੋ ਇੱਥੇ dt ਦਾ ਕੀਤਾ, dt ਦਾ t ਬਣ ਗਿਆ ਤੇ dx ਦਾ x ਬਣ ਗਿਆ। ਸੋ ਵੀ ਗੈਟ vt ਇਜ਼ ਇਕੁਅਲ ਟੂ x ਪਲੱਸ ਕੌਂਸਟੈਂਟ ਆਊਗਾ ਇੱਥੇ ਕਿਉਂਕਿ ਕੋਈ ਲਿਮਿਟਸ ਨਹੀਂ ਲੱਗੀਆਂ ਹੋਈਆਂ ਸੀਗੀਆਂ। ਸੋ ਉਹ ਜੇ ਇਨੀਸ਼ੀਅਲ ਤੇ ਫਾਈਨਲ ਕੰਡੀਸ਼ਨਸ ਆਪਾਂ ਨੂੰ ਪਤਾ ਹੋਣ, ਅਸੀਂ ਉਹ ਵੈਲਿਊਜ਼ ਵਿੱਚ ਭਰ ਕੇ ਤਾਂ ਜਿਹੜੀਆਂ ਹੈਗੀਆਂ c ਦੀ ਵੈਲਿਊ ਜਿਹੜੀ ਆ ਉਹ ਪਤਾ ਕਰ ਸਕਦੇ ਹਾਂ ਕਿ ਉਹ ਕਿੰਨੀ ਵੈਲਿਊ ਆਏਗੀ। ਸੋ ਦਿਸ ਇਜ਼ ਹਾਊ ਦਿਸ ਇੰਟੈਗਰੇਸ਼ਨ ਐਂਡ ਡੈਰੀਵੇਟਿਵ ਕਮ ਇਨਟੂ ਪਿਕਚਰ ਜਦੋਂ ਅਸੀਂ ਵੈਲੋਸਿਟੀ ਵਗੈਰਾ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਫਿਰ ਇਹ ਇੰਟੈਗਰੇਸ਼ਨ ਤੇ ਡੈਰੀਵੇਟਿਵ ਕਿਵੇਂ ਆ ਜਾਂਦੇ ਆ। ਸੋ ਥੈਂਕ ਯੂ।